ਭਾਰਤ 'ਚ ਡਰਾਉਣ ਲੱਗਾ ਓਮਿਕਰੋਨ। ਕਰਨਾਟਕ, ਗੁਜਰਾਤ, ਮਹਾਰਾਸ਼ਟਰ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਨਵੇਂ ਵੈਰੀਐਂਟ ਦੀ ਐਂਟਰੀ। ਦੇਸ਼ ਦੇ ਵਿੱਚ ਹੁਣ ਤੱਕ 5 ਮਾਮਲੇ ਆਏ ਸਾਹਮਣੇ। ਪੰਜਾਬ 'ਚ ਕੈਪਟਨ ਅਤੇ ਢੀਂਡਸਾ ਦੇ ਨਾਲ ਗੱਠਜੋੜ ਦੇ ਲਈ ਤਿਆਰ ਬੀਜੇਪੀ। ਖੁਦ ਅਮਿਤ ਸ਼ਾਹ ਨੇ ਦਿੱਤੇ ਸੰਕੇਤ, ਕਿਹਾ ਦੋਹਾਂ ਦੇ ਨਾਲ ਚੱਲ ਰਹੀ ਹੈ ਗੱਲਬਾਤ। 2022 ਦੇ ਵਿੱਚ ਬੀਜੇਪੀ ਦੀ ਜਿੱਤ ਦਾ ਭਰਿਆ ਦਮ। ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਖਿਲਾਫ ਪੰਜਾਬ ਭਰ 'ਚ ਦਰਜ ਕੀਤੇ ਜਾ ਰਹੇ ਪਰਚੇ। ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 3 ਦਸੰਬਰ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸੀ। ਵਿਭਾਗ ਨੇ ਸਰਕਾਰੀ ਕੰਮ ਦੇ ਵਿੱਚ ਅੜਚਨ ਪਾਉਣ ਦੇ ਲਾਏ ਇਲਜ਼ਾਮ। ਚੰਡੀਗੜ੍ਹ ਦੇ ਵਿੱਚ ਸ਼ਰੇਆਮ ਗੁੰਡਾਗਰਦੀ। ਕੁਝ ਨੌਜਵਾਨਾਂ ਨੇ ਕੁੜੀ ਦੀ ਗੱਡੀ ਨੂੰ ਜਬਰਨ ਰੋਕਿਆ। ਪੀੜਤਾਂ ਨੇ ਲਾਏ ਇਲਜ਼ਾਮ, ਛੇੜਛਾੜ ਦੇ ਲਾਏ ਇਲਜ਼ਾਮ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਅਗਵਾ ਬੱਚਾ ਪੁਲਿਸ ਨੇ ਸੁਰੱਖਿਅਤ ਕੀਤਾ ਬਰਾਮਦ। ਮੁਲਜ਼ਮ ਨੂੰ ਵੀ ਕੀਤਾ ਕਾਬੂ। ਮੋਗਾ ਦਾ ਹੀ ਰਹਿਣ ਵਾਲਾ ਮੁਲਜ਼ਮ। ਤਰਨਤਾਰਨ ਬੈਂਕ ਲੁੱਟ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ। ਕੱਲ ਲੁਟੇਰਿਆਂ ਨੇ ਬੈਂਕ ਨੂੰ ਬਣਾਇਆ ਸੀ ਨਿਸ਼ਾਨਾ। ਪੁਲਿਸ ਦੀ ਵਰਦੀ ਦੇ ਵਿੱਚ ਆਏ ਲੁਟੇਰੇ 50 ਲੱਖ ਦੀ ਲੁੱਟ ਕਰਕੇ ਹੋਏ ਸਨ ਫਰਾਰ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ। ਤੇ ਸਭ ਤੋਂ ਪਹਿਲਾਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਨਵੇਂ ਵੈਰੀਐਂਟ ਦੀ, ਓਮਿਕਰੋਨ ਦੀ, ਜੋ ਕਿ ਲਗਾਤਾਰ ਡਰਾਉਂਦਾ ਨਜ਼ਰ ਆ ਰਿਹਾ। ਸੋ ਭਾਰਤ ਦੇ ਵਿੱਚ ਡਰਾਉਣ ਲੱਗਾ ਓਮਿਕਰੋਨ। ਹੁਣ ਦਿੱਲੀ ਦੇ ਵਿੱਚ ਵੀ ਨਵੇਂ ਵੈਰੀਐਂਟ ਦੀ ਐਂਟਰੀ ਹੋਈ ਹੈ। ਦਿੱਲੀ ਦੇ ਵਿੱਚ ਓਮਿਕਰੋਨ ਦਾ ਇੱਕ ਕੇਸ ਸਾਹਮਣੇ ਆਇਆ। ਜੇਕਰ ਹੁਣ ਤੱਕ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਦੇ ਵਿੱਚ ਕੁੱਲ 5 ਮਾਮਲੇ, 5 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ। ਕਰਨਾਟਕ ਦੇ ਵਿੱਚ 2 ਨੇ, ਗੁਜਰਾਤ ਚੋਂ 1 ਅਤੇ ਮਹਾਰਾਸ਼ਟਰ ਚੋਂ ਵੀ 1 ਕੇਸ ਸਾਹਮਣੇ ਆਇਆ। ਤੇ ਹੁਣ ਦਿੱਲੀ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ, ਯਾਨੀ ਕਿ ਨਾਰਥ ਸਾਈਡ, ਉੱਤਰ ਭਾਰਤ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਓਮਿਕਰੋਨ ਦੀ, ਜਿਸ ਤੋਂ ਬਾਅਦ ਲਗਾਤਾਰ ਖਤਰਾ ਵਧੇਗਾ। ਔਰ ਖਾਸ ਤੌਰ ਤੇ ਜਿਹੜੇ ਨਾਲ ਲੱਗਦੇ ਸੂਬੇ ਨੇ ਹਰਿਆਣਾ, ਪੰਜਾਬ ਦੇ ਵਿੱਚ ਵੀ ਖਤਰਾ ਵੱਧ ਸਕਦਾ ਹੈ। ਸੋ ਹਾਲ ਹੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ 1 ਕੇਸ ਆਉਣ ਤੋਂ ਬਾਅਦ ਹੀ ਖਤਰਾ ਵਧਿਆ ਸੀ, ਪਰ ਹੁਣ ਜ਼ਿਆਦਾ ਇਹ ਖਤਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਭਾਰਤ ਦੇ ਵਿੱਚ ਡਰਾਉਂਦਾ ਵੀ ਨਜ਼ਰ ਆ ਰਿਹਾ ਓਮਿਕਰੋਨ। ਹਾਲਾਂਕਿ ਗੱਲ ਕਰੀਏ ਤਾਂ ਤੀਸਰੀ ਵੇਵ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਵੀ ਜ਼ਿਆਦਾ ਇੱਕ ਖਤਰਨਾਕ ਵੈਰੀਐਂਟ ਜਿਹੜਾ ਉਹ ਦੱਸਿਆ ਜਾ ਰਿਹਾ ਓਮਿਕਰੋਨ। ਸੋ ਕਰਨਾਟਕਾ ਦੇ ਵਿੱਚ ਜੇਕਰ ਮਾਮਲਿਆਂ ਦੀ ਗੱਲ ਕਰੀਏ ਤਾਂ 2 ਨੇ, ਮਹਾਰਾਸ਼ਟਰ 'ਚ 1 ਮਾਮਲਾ, ਗੁਜਰਾਤ 'ਚ 1 ਔਰ ਦਿੱਲੀ ਦੇ ਵਿੱਚ ਹੁਣ 1 ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਖਤਰਾ ਵੱਧਦਾ ਜਾ ਰਿਹਾ ਔਰ ਚਿੰਤਾ ਲੋਕਾਂ ਦੀ ਵੱਧਦੀ ਜਾ ਰਹੀ ਹੈ। ਸੋ ਹਾਲ ਹੀ ਦੇ ਵਿੱਚ 2 ਵੇਵ ਸਾਹਮਣੇ ਆਈਆਂ ਸਨ ਕੋਰੋਨਾ ਦੀਆਂ, ਤਾਂ ਉਸ ਤੋਂ ਅਜੇ ਲੋਕ ਜਿਹੜੇ ਨੇ ਉਹ ਨਿਕਲੇ ਨਹੀਂ ਸਨ, ਪਰ ਉਸ ਤੋਂ ਬਾਅਦ ਇੱਕਦਮ ਤੋਂ ਇਹ ਨਵਾਂ ਵੈਰੀਐਂਟ ਜੋ ਕਿ ਲਗਾਤਾਰ ਵੱਖੋ-ਵੱਖ ਦੇਸ਼ਾਂ 'ਚ ਆ ਚੁੱਕਿਆ। ਹਾਲਾਂਕਿ ਦੱਖਣੀ ਅਫਰੀਕਾ ਦੇ ਵਿੱਚ ਇਸ ਦੀ ਐਂਟਰੀ ਹੋਈ ਸੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਵੀ 15 ਮਾਮਲੇ ਕਰੀਬ ਸਾਹਮਣੇ ਆ ਚੁੱਕੇ ਸਨ ਬੀਤੇ ਦਿਨ ਤੱਕ। ਔਰ ਅੱਜ ਦੀ ਗੱਲ ਕੀਤੀ ਜਾਏ ਤਾਂ ਭਾਰਤ ਦੇ ਵਿੱਚ ਹੁਣ ਤੱਕ 5 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਤੋਂ ਬਾਅਦ ਨਾਰਥ ਜਿਹੜਾ ਖੇਤਰ ਹੈ ਉਸ ਦੇ ਵਿੱਚ ਹੁਣ ਜ਼ਿਆਦਾ ਖਤਰਾ ਵੱਧਦਾ ਜਾ ਰਿਹਾ ਹੈ। ਔਰ ਆਖਿਰਕਾਰ ਪ੍ਰਸਥਿਤੀਆਂ ਕੀ ਨੇ, ਸਭ ਤੋਂ ਪਹਿਲਾਂ ਦਿੱਲੀ ਚੱਲਦੇ ਹਾਂ, ਉੱਥੇ ਦੀ ਮੌਜੂਦਾ ਸਥਿਤੀ ਕੀ ਹੈ, ਕਿਉਂਕਿ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਸਾਰੀ ਜਾਣਕਾਰੀ ਲੈਣੇ। ਪ੍ਰੀਤੀ श्रीवास्तव ने साढ़े नाल दिल्ली तो लाइव। जी प्रीति, सबसे पहले आपसे जानकारी चाहेंगे। एक ही मामला आया है, लेकिन इस मामले ने किस तरह से दहशत फैलाई है ये हम समझ सकते हैं, क्योंकि जो हालात पिछले 2 वेव्स में देखे गए कोरोना के। बिल्कुल आप ठीक कह रहे हैं कि अभी कुछ देर पहले ही दिल्ली के जो स्वास्थ्य मंत्री थे सत्येंद्र जैन, उन्होंने ये कहा, उन्होंने ये बताया कि ओमिक्रॉन का जो एक मामला है उसकी दिल्ली में पुष्टि हो गई है। ये जो मरीज़ हैं ये मेल है और ये दिल्ली के LNJP अस्पताल में भर्ती थे, जिनकी अभी 10 दिन पहले जब ये भर्ती हुए थे तो इनको कोविड की शिकायत थी। ये कोविड, इनमें RT-PCR करवाया गया था, जिसमें कोविड RT-PCR में कोविड कन्फर्म हुआ था। उसके बाद इनको इनकी जो जांच रिपोर्ट थी वो जिनॉक्स सर्विसिंग के लिए भेजी गई थी। आज उसमें कंफर्मेशन आया है और ऐसे ही 5 मरीज़ और हैं जो LNJP अस्पताल में भर्ती हैं और इनकी जिनॉक्स वो जो टेस्ट रिपोर्ट है उसके लिए भेजा गया है। तो अभी 4 मरीज़ों की जो रिपोर्ट है वो आना बाकी है, जिसमें से एक मरीज़ की रिपोर्ट आ जाई है तो उसकी जो रिपोर्ट है वो कंफर्म है। आपको मैं बता दूं कि इनकी अभी कोई ट्रैवल हिस्ट्री सामने नहीं आई है।
यानी कि ये ऐसा नहीं है कि ये बाहर गए थे, विदेश यात्रा पे गए थे, उसके बाद यहाँ आए हैं, तो इनकी कोई ट्रैवल हिस्ट्री सामने नहीं आई है। ये सबसे ज़्यादा चौंकाने और लोगों को पैनिक करने वाली बात है। और अभी कुल भारत में ओमिक्रॉन के मामलों की मैं बात करूं तो अभी कुल 5 मामले सामने आ चुके हैं, जिसमें से जो सबसे पहले 2 दिन पहले स्वास्थ्य मंत्रालय ने प्रेस कॉन्फ्रेंस की थी और 2 मामलों की पुष्टि की थी। वो 2 मामले केरल के थे, एक मामला गुजरात का है, एक मामला मुंबई का है और एक मामला अब आज दिल्ली में आया है। तो जिस तरीके से अभी 2 दिन पहले 2 मामले थे और आज 2 दिन बाद ही 5 मामले हो गए हैं, तो जिस तरीके से मामले बढ़ रहे हैं उसको देखकर लोग काफी ज्यादा डरे हुए हैं, क्योंकि ये कहा जा रहा है जो ओमिक्रॉन है उसका जो वायरस है वो आपने कहा ज्यादा इफेक्टिव है। सबसे ज्यादा चौंकाने वाली बात यह है कि आखिरकार कोई ट्रैवल हिस्ट्री नहीं है, क्योंकि अगर ट्रैवल हिस्ट्री हो और बाकी अगर बात की जाए राज्यों की, क्योंकि कर्नाटक से मामले थे, इसके अलावा महाराष्ट्र से थे, तो क्या ये शख्स वहां गए थे? अगर विदेश नहीं गए तो क्या अपने देश में ही कहीं गए थे कि वहां से ये वेरिएंट जो है आया है? इसके अलावा क्योंकि अगर माहिरों की बात की जाए तो इसकी रफ्तार जो है, अगर पिछले वेरिएंट की, अगर सेकेंड वेव की बात की जाए तो वहां की अगर 17 थी तो यहां बस 36 होगी इसकी रफ्तार, जो माहिर बता रहे हैं। उस लिहाज से अगर हम देखें तो साफ तौर पर नजर आ रहा है कि ज्यादा खतरा और बढ़ने वाला है आगे। बिल्कुल आप ठीक कह रही हैं, क्योंकि सबसे ज़्यादा डर की जो बात है वो यही है कि इनकी ट्रैवल हिस्ट्री नहीं है। लेकिन ये भी है कि ये हो सकता है ये कहीं ऐसी जगह गए हो या जो कोई आदमी बाहर से आया हो और उसके संपर्क में ये आए हो, जिसके कारण इनको ओमिक्रॉन का जो वायरस है वो पाया गया हो। तो ये भी कहा जा सकता है, हालांकि अभी ये जांच का विषय है। अभी ये पूरी जब इनकी हिस्ट्री निकाली जाएगी कि इन्होंने किन किन लोगों से इन्होंने मुलाकात की है, तब कंफर्मेशन हो पाएगा कि ये जो वायरस इनमें है वो कहाँ से आया है। और दूसरी बड़ी बात जो आपने मैं आपको बताऊं कि जो केरल में सबसे पहले 2 केस हुए थे, तो स्वास्थ्य मंत्रालय ने भी साफ किया था कि उनके सेकेंडरी और प्राइमरी जो लोग उनके संपर्क में आए हैं उनकी भी जांच की जाएगी। अब जैसे मैंने आपको बताया कि एक गुजरात, एक मुंबई, 2 केरल और एक दिल्ली में केस आया है, 5 केस आ चुके हैं। तो इन सब के सेकेंडरी और प्राइमरी जो लोग इनके संपर्क में आए हैं उनकी जांच की जाएगी। लेकिन ऐसे बहुत सारे लोग होते हैं जो संपर्क में आए होते हैं, लेकिन उनकी जो हिस्ट्री होती है वो नहीं मिल पाती है सरकार को। ऐसा ही मैं आपको बताऊं कि 40 ऐसे केस हैं जो एयरपोर्ट से इंफॉर्मेशन आज सुबह आ रही थी कि 40 ऐसे केस हैं, 40 ऐसे यात्री हैं जो एयरपोर्ट से भारत आए थे, लेकिन उनकी जो हिस्ट्री है, जो वो कहाँ गए, उसके बाद एयरपोर्ट के बाद वो कहाँ गए, उनकी जांच क्या आई, रिपोर्ट क्या आई, उसकी हिस्ट्री सरकार को नहीं मिल पा रही है। तो ये भी बहुत चौंकाने वाली बात है, क्योंकि बहुत बार ऐसा होता है कि जो लोग बाहर आते हैं वो अपना सही पता या चीजें सामने नहीं आ पाती हैं, या कहीं ऐसी जगह होते हैं जो उनके संपर्क में नहीं किया, उनको वो संपर्क नहीं किया जा सकता है। तो ऐसे में ये जो खतरा है ये बहुत ज़्यादा बढ़ जाता है। या तो इसमें ये क्या होना चाहिए कि लोग खुद इतने अवेयर हो कि अगर वो कहीं बाहर से आए हैं या उनको कोई भी लक्षण हो तो उनको खुद ब खुद जांच करवानी चाहिए और 14 दिन का क्वारंटाइन करना चाहिए। मतलब आपको खुद जी, बहुत बहुत धन्यवाद तमाम जानकारी के लिए, शुक्रिया। और वाकई ही चिंता का विषय है, और खासतौर पर जब 2 वेव्स देश के लोगों को और दुनिया के लोग जो है इसको देख चुके हैं, किस तरह का हालात अगर बात की जाए तो बनते हैं, सो उसके लिहाज से बहुत ही चिंता का विषय। तो बहुत बहुत शुक्रिया प्रीति। तो कुल मिला के अगर गल की जाए तो ओमिक्रॉन के ਜਿਹੜੇ मामले ने हुण तक 5 सामने आ चुके ने। कर्नाटक ਦੇ ਵਿੱਚ 2, महाराष्ट्र 'ਚ 1, गुजरात 'ਚ 1, पर हुण तक ये मामले 4 ਜਿਹੜੇ ਆਏ ਸੀਗੇ ਇਹ ਇੰਨੇ ਜ਼ਿਆਦਾ उत्तर भारत ਦੇ ਵਿੱਚ नहीं सी डरा रहे, क्योंकि हुण दिल्ली ਦੇ ਵਿੱਚ ਜਿਹੜਾ एक मामला आया है ये ज्यादा डराउंदा हुए नजर आ रहा है। और कुल मिला के जिन्नी रफ्तार है ओमिक्रॉन की, सो सब तो ज्यादा ਵੱਡੀ चिंता का विषय ਇਹੋ है। ओमिक्रॉन ਨੂੰ कोरोना ਦਾ ਸਭ ਤੋਂ ਜ਼ਿਆਦਾ ਖਤਰਨਾਕ, ਸਭ ਤੋਂ ਵੱਡਾ ਖਤਰਨਾਕ ਵੇਰੀਐਂਟ ਮੰਨਿਆ ਜਾ ਰਿਹਾ ਹੈ। डेल्टा वेरिएंट जिथे 100 दिन ਦੇ ਵਿੱਚ फैलिया सी, ਉੱਥੇ ही ओमिक्रॉन सिर्फ 15 दिन ਦੇ ਵਿੱਚ फैल चुकिया। सब तो पहला देखणी अफ्रीका ਦੇ ਵਿੱਚ इस वेरिएंट ਦੇ केस मिले सन। कोरोना वायरस के नवे वेरिएंट ओमिक्रॉन ने एक बार पूरी दुनिया की चिंता बढ़ा दी है। डेल्टा के बाद कोरोना का यह नवा वेरिएंट सब तो ज़्यादा तेजी के नाल फैलता है। नीदरलैंड, इजराइल, डेनमार्क ते आस्ट्रेलिया विच इसके मामले तेजी के नाल वध रहे हैं। WHO ने
ਇਸ ਨੂੰ ਵੇਰੀਐਂਟ ਆਫ ਕੰਸਰਨ ਦੀ ਕੈਟਾਗਰੀ ਦੇ ਵਿੱਚ ਰੱਖਿਆ ਹੈ। ਕਰੋਨਾ ਦੇ ਇਸ ਨਵੇਂ ਫੈਮਿਲੀ ਮੈਂਬਰ ਯਾਨੀ ਓਮਿਕਰੋਨ ਦਾ ਜਨਮ ਦੱਖਣੀ ਅਫਰੀਕਾ ਦੇ ਵਿੱਚ ਹੋਇਆ ਹੈ। ਵਿਗਿਆਨਿਕਾਂ ਨੇ ਇਸ ਨੂੰ B11529 ਦਾ ਨਾਮ ਦਿੱਤਾ ਹੈ। ਇਸ ਨੂੰ ਵੇਰੀਐਂਟ ਆਫ ਸੀਰੀਅਸ ਕੰਸਰਨ ਦੱਸਿਆ ਹੈ, ਯਾਨੀ ਚਿੰਤਾ ਵਧਾਉਣ ਵਾਲਾ ਵੇਰੀਐਂਟ। ਇਹ ਵੇਰੀਐਂਟ ਤੇਜ਼ੀ ਦੇ ਨਾਲ ਫੈਲਦਾ ਹੈ। ਦੱਖਣੀ ਅਫਰੀਕਾ ਦੇ ਵਿੱਚ ਓਮਿਕਰੋਨ ਵੇਰੀਐਂਟ ਦੇ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਦੇ ਨਾਲ ਵਧੇ ਨੇ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹਰ ਦਿਨ ਇਸ ਦੇ 200 ਮਾਮਲੇ ਸਾਹਮਣੇ ਆ ਰਹੇ ਸਨ, ਪਰ 27 ਨਵੰਬਰ ਨੂੰ ਇੱਥੇ ਇੱਕ ਹੀ ਦਿਨ ਦੇ ਵਿੱਚ 3200 ਤੋਂ ਵੱਧ ਮਾਮਲੇ ਸਾਹਮਣੇ ਆਏ, ਜਿਸ ਵਿੱਚੋਂ ਜ਼ਿਆਦਾਤਰ ਮਾਮਲੇ ਗੋਟੈਂਗ ਸੂਬੇ ਤੋਂ ਸਨ। ਮਾਮਲੇ ਦੇ ਵਿੱਚ ਅਚਾਨਕ ਹੋਏ ਇਸ ਵਾਧੇ ਨੂੰ ਸਮਝਣ ਦੇ ਲਈ ਵਿਗਿਆਨੀਆਂ ਨੇ ਵਾਇਰਸ ਦੇ ਸੈਂਪਲ ਦੀ ਸਟੱਡੀ ਕੀਤੀ ਤਾਂ ਪਤਾ ਲੱਗਿਆ ਕਿ 90% ਨਵੇਂ ਮਾਮਲੇ ਓਮਿਕਰੋਨ ਵੇਰੀਐਂਟ ਦੇ ਸਨ। ਵਿਗਿਆਨਿਕ ਖੋਜ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਓਮਿਕਰੋਨ ਵੇਰੀਐਂਟ ਸਭ ਤੋਂ ਜ਼ਿਆਦਾ ਖਤਰਨਾਕ ਹੈ, ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਖਤਰਨਾਕ। ਚਿੰਤਾ ਦੀ ਗੱਲ ਇਹ ਵੀ ਹੈ ਕਿ ਜੋ ਲੋਕ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕ ਲੈ ਚੁੱਕੇ ਨੇ ਉਹ ਵੀ ਇਸ ਵੇਰੀਐਂਟ ਦੀ ਚਪੇਟ ਦੇ ਵਿੱਚ ਆ ਸਕਦੇ ਨੇ, ਕਿਉਂਕਿ ਓਮਿਕਰੋਨ ਪਿਛਲੇ ਬੀਟਾ ਤੇ ਡੈਲਟਾ ਵੇਰੀਐਂਟ ਤੋਂ ਜੈਨੇਟਿਕ ਰੂਪ ਦੇ ਵਿੱਚ ਵੱਖਰਾ ਹੈ। ਪਰ ਇਸ ਗੱਲ ਦੀ ਹਾਲੇ ਤੱਕ ਜਾਣਕਾਰੀ ਨਹੀਂ ਹੈ ਕਿ ਜੈਨੇਟਿਕ ਬਦਲਾਅ ਇਸ ਨੂੰ ਜ਼ਿਆਦਾ ਖਤਰਨਾਕ ਬਣਾਉਂਦਾ ਹੈ ਜਾਂ ਫਿਰ ਨਹੀਂ। ਇਸ ਗੱਲ ਬਾਰੇ ਵੀ ਸਥਿਤੀ ਸਾਫ਼ ਨਹੀਂ ਹੈ ਕਿ ਵੇਰੀਐਂਟ ਬਿਮਾਰੀ ਨੂੰ ਬਹੁਤ ਜ਼ਿਆਦਾ ਗੰਭੀਰ ਬਣਾ ਸਕਦਾ ਹੈ ਜਾਂ ਨਹੀਂ। ਇਸ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨਾ ਦੇ ਇਸ ਨਵੇਂ ਵੇਰੀਐਂਟ ਤੇ ਮੌਜੂਦਾ ਵੈਕਸੀਨ ਦਾ ਅਸਰ ਹੋਵੇਗਾ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਨਿਊਜ਼ 18। ਸੋ ਕਿੰਨਾ ਖਤਰਨਾਕ ਹੈ ਓਮਿਕਰੋਨ ਉਹ ਦੱਸਿਆ, ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਓਮਿਕਰੋਨ ਦੇ ਲੱਛਣ ਕੀ ਹਨ। ਕਰੋਨਾ ਦਾ ਇਹ ਨਵਾਂ ਵੇਰੀਐਂਟ ਓਮਿਕਰੋਨ ਪੁਰਾਣੇ ਵਾਇਰਸ ਤੋਂ ਕਈ ਗੁਣਾ ਖਤਰਨਾਕ ਦੱਸਿਆ ਜਾ ਰਿਹਾ ਹੈ। ਨਵਾਂ ਵੇਰੀਐਂਟ ਤੇਜ਼ੀ ਦੇ ਨਾਲ ਫੈਲਦਾ ਜਾ ਰਿਹਾ ਹੈ ਅਤੇ ਇਸ ਦੇ ਲੱਛਣ ਵੀ ਪੁਰਾਣੇ ਵੇਰੀਐਂਟ ਤੋਂ ਕਾਫੀ ਵੱਖਰੇ ਨੇ। ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਦੇ ਲਈ ਇਹ ਬਹੁਤ ਖਤਰਨਾਕ ਹੈ ਅਤੇ ਇਸ ਦੇ ਲੱਛਣ ਵੀ ਦੂਜੇ ਰੋਗਾਂ ਦੀ ਤਰ੍ਹਾਂ ਹੀ ਨੇ, ਜਿਵੇਂ ਕਿ ਥਕਾਵਟ ਮਹਿਸੂਸ ਹੋਣਾ, ਮਾਸਪੇਸ਼ੀਆਂ ਦੇ ਵਿੱਚ ਹਲਕਾ ਦਰਦ, ਸੁੱਕੀ ਖੰਘ, ਤਾਪਮਾਨ ਥੋੜਾ ਵੱਧ ਹੋਣਾ। ਹਾਲਾਂਕਿ ਹਾਲੇ ਤੱਕ ਵੀ ਸਾਫ਼ ਨਹੀਂ ਹੈ ਕਿ ਓਮਿਕਰੋਨ ਵੇਰੀਐਂਟ ਤੋਂ ਪੀੜਿਤ ਸ਼ਖਸ ਦੀ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ। ਅਜਿਹੀ ਕੋਈ ਜਾਣਕਾਰੀ ਨਹੀਂ ਹੈ ਜੋ ਇਹ ਸਾਫ਼ ਕਰ ਸਕੇ ਕਿ ਓਮਿਕਰੋਨ ਦੇ ਲੱਛਣ ਕਰੋਨਾ ਵਾਇਰਸ ਦੇ ਦੂਜੇ ਵੇਰੀਐਂਟ ਤੋਂ ਵੱਖਰੇ ਨੇ ਜਾਂ ਉਸ ਦੇ ਨਾਲ ਮਿਲਦੇ ਜੁਲਦੇ ਨੇ। ਕਰੋਨਾ ਵਾਇਰਸ ਦੇ ਕਈ ਰੂਪ ਸਾਹਮਣੇ ਆ ਚੁੱਕੇ ਨੇ, ਜਿਸ ਵਿੱਚ ਡੈਲਟਾ ਦਾ ਨਾਮ ਤੁਸੀਂ ਸਭ ਤੋਂ ਜ਼ਿਆਦਾ ਸੁਣਿਆ ਹੋਵੇਗਾ। ਇਸ ਦੇ ਇਲਾਵਾ ਅਲਫਾ, ਬੀਟਾ ਅਤੇ ਅਜੇ ਵੀ ਕਈ ਵੇਰੀਐਂਟ ਸਾਹਮਣੇ ਆ ਚੁੱਕੇ ਨੇ। ਵਾਇਰਸ ਆਪਣਾ ਰੂਪ ਬਦਲਦਾ ਰਹਿੰਦਾ ਹੈ, ਜਿਸ ਦੇ ਕਾਰਨ ਉਸ ਦੇ ਨਵੇਂ-ਨਵੇਂ ਵੇਰੀਐਂਟ ਬਣਦੇ ਰਹਿੰਦੇ ਨੇ। ਆਮ ਤੌਰ ਤੇ ਨਵੇਂ ਵੇਰੀਐਂਟ ਜਾਂ ਸਟ੍ਰੇਨ ਤੇ ਕੰਮ ਕਰਨ ਦੇ ਤਰੀਕਿਆਂ ਵਿੱਚ ਕੋਈ ਜ਼ਿਆਦਾ ਬਦਲਾਅ ਨਹੀਂ ਆਇਆ। ਇੱਕ ਵਾਰ ਹੋਸਟ ਯਾਨੀ ਕਿਸੇ ਵੀ ਸਰੀਰ ਦੇ ਵਿੱਚ ਪਹੁੰਚਣ ਦੇ ਬਾਅਦ ਵਾਇਰਸ ਆਪਣੇ ਆਪ ਨੂੰ ਤੇਜ਼ੀ ਦੇ ਨਾਲ ਆਪਣੇ RNA ਦੀ ਕਾਪੀ ਬਣਾਉਣ ਲੱਗਦਾ ਹੈ, ਜਿਸ ਨਾਲ ਕਿ ਉਸ ਦੀ ਸੰਖਿਆ ਵੱਧਦੀ ਰਹਿੰਦੀ ਹੈ। ਕਈ ਵਾਰ ਜਦੋਂ ਵਾਇਰਸ ਆਪਣੀ ਸੰਖਿਆ ਵਧਾ ਰਿਹਾ ਹੁੰਦਾ ਹੈ ਤਾਂ ਉਸ ਵਿੱਚ ਗਲਤੀ ਜਾਂ RNA ਕਾਪੀ ਦੇ ਵਿੱਚ ਗੜਬੜੀ ਆ ਜਾਂਦੀ ਹੈ। ਇਸੇ ਨੂੰ ਹੀ ਵਿਗਿਆਨਿਕ ਮਿਊਟੇਸ਼ਨ ਕਹਿੰਦੇ ਨੇ। ਇਸ ਦੇ ਕਾਰਨ ਇਸ ਦਾ ਸਵਰੂਪ ਬਦਲ ਜਾਂਦਾ ਹੈ ਅਤੇ ਇੱਕ ਨਵਾਂ ਸਟ੍ਰੇਨ ਸਾਹਮਣੇ ਆ ਜਾਂਦਾ ਹੈ। ਕਰੋਨਾ ਵਾਇਰਸ ਦੇ ਨਾਲ ਪਿਛਲੇ 2 ਸਾਲ ਦੇ ਵਿੱਚ ਤੁਸੀਂ ਇਹ ਕਈ ਵਾਰ ਦੇਖਿਆ ਹੋਵੇਗਾ, ਕਦੇ ਅਲਫਾ ਤੇ ਕਦੇ ਡੈਲਟਾ ਵੇਰੀਐਂਟ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਇੱਕ ਨਵਾਂ ਵੇਰੀਐਂਟ ਓਮਿਕਰੋਨ ਆਉਣ ਦੇ ਨਾਲ ਦੁਨੀਆ ਫਿਰ ਤੋਂ ਡਰ ਗਈ ਹੈ। ਬਿਊਰੋ ਰਿਪੋਰਟ, ਨਿਊਜ਼ 18। ਸੋ ਉਹ ਲੱਛਣ ਓਮਿਕਰੋਨ ਦੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ, ਪਰ ਫਿਲਹਾਲ ਇਹ ਕਿੰਨਾ ਹੋਰ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਇਸ ਦੇ ਬਾਰੇ ਜੋ ਸਾਫ਼ ਨਹੀਂ ਹੈ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ, ਜਲਦੀ ਵਾਪਸ ਆਵਾਂਗੇ।